हेलो फ्रेंड्स अज दे इस शो च जिहड़ा IRCC का वैबीनार होया ਉਹਦੇ 7 मेजर पॉइंट्स हैगे हैं मैं तुहाडे नाल डिस्कस करना चाहांगा जिहड़े कि उस वैबीनार च डिस्कस होए हैं एंड आई वुड लाइक टू समराइज कि IRCC की कहना चाहता है अपकमिंग इनटेक्स बारे टिल टुडे। सो जो भी अज असीं डिस्कशन कर रहे हैं सो अज दे IRCC के वैबीनार नूं लैके कर रहे हैं। सो उस वैबीनार च की डिस्कस होया और किहड़े पॉइंट्स ते डिस्कशनस होईयां। सो आई वांट टू शेयर विद यू। So 7 points I will discuss one by one. First is for January intake students. So till today IRCC is saying that January intake is full approval process and there is no two-stage visa process implemented for January intake. So ਹੁਣ तक January intake two-stage visa process बिल्कुल नहीं हैगा and full approval process रहेगा and there is no two-stage visa processed for January intake. So सारे students ਜਿਹੜੇ ਵੀ January intake ਲਈ ਅਪਲਾਈ ਕਰ ਰਹੇ ਹਨ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਅੱਜ ਦੀ ਡੇਟ 'ਚ IRCC ਦਾ ਇਹੀ ਐਡਵਾਈਸ ਹੈਗੀ ਹੈ January intake ਵਾਲੇ ਸਟੂਡੈਂਟਸ ਲਈ। ਸੈਕੰਡਲੀ VFS ਸੈਂਟਰਸ ਕਦੋਂ ਖੁੱਲਣਗੇ? VFS ਸੈਂਟਰਸ ਕਦੋਂ ਖੁੱਲਣਗੇ? ਜਦੋਂ ਕੰਪਲੀਟ ਫਾਈਲਸ ਸਾਰੀਆਂ ਤੇ ਵੀਜ਼ਾ ਸਟੈਂਪ ਹੋ ਜਾਣਗੇ ਉਸ ਤੋਂ ਬਾਅਦ VFS ਸੈਂਟਰਸ 'ਚ ਬਾਇਓਮੈਟ੍ਰਿਕ ਹੋਣੇ ਸ਼ੁਰੂ ਹੋਣਗੇ। ਸੋ ਸਟੂਡੈਂਟਸ ਉਹ ਕਹਿ ਰਹੇ ਆ ਕਿ ਅਸੀਂ ਫੇਜ਼ਸ 'ਚ ਖੋਲਾਂਗੇ ਕੈਨੇਡਾ ਦੇ ਪਾਸਪੋਰਟ ਸਟੈਂਪਿੰਗ ਨੂੰ। ਅੱਜ ਦੀ ਡੇਟ 'ਚ ਬਹੁਤ ਸਾਰੀਆਂ ਕੰਪਲੀਟ ਫਾਈਲਸ ਪੈਂਡਿੰਗ ਚੱਲ ਰਹੀਆਂ। ਸੋ ਕੰਪਲੀਟ ਫਾਈਲਸ ਪੈਂਡਿੰਗ ਚੱਲ ਰਹੀਆਂ ਹਲੇ ਔਰ ਉਹਨਾਂ ਦੇ ਵੀਜ਼ਾ ਸਟੈਂਪ ਨਹੀਂ ਹੋਏ ਆ। ਸੋ ਪਹਿਲਾ ਫੇਜ਼ ਖੋਲਿਆ ਗਿਆ ਕੰਪਲੀਟ ਫਾਈਲਸ ਲਈ, ਦੂਜਾ ਫੇਜ਼ ਖੋਲਿਆ ਜਾਏਗਾ ਬਾਇਓਮੈਟ੍ਰਿਕਸ ਪੈਂਡਿੰਗ ਲਈ। ਪਰ ਬਹੁਤ ਜਲਦੀ VFS ਖੁੱਲਣਗੇ, ਬਹੁਤ ਜਲਦ ਹੀ VFS ਸੈਂਟਰਸ ਖੁੱਲਣਗੇ ਬਟ ਪਹਿਲਾਂ ਕੰਪਲੀਟ ਫਾਈਲਸ ਤੇ ਸਾਰਿਆਂ ਤੇ ਪਾਸਪੋਰਟ ਸਟੈਂਪ ਹੋਣਗੇ ਉਸ ਤੋਂ ਬਾਅਦ ਹੀ ਬਾਇਓਮੈਟ੍ਰਿਕਸ ਖੁੱਲਣਗੇ ਅਨਕੰਪਲੀਟ ਫਾਈਲਸ ਲਈ। ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਅੱਜ IRCC ਦੇ ਵੈਬੀਨਾਰ 'ਚ ਡਿਸਕਸ ਹੋਈ। ਸੋ I thought I should discuss this with all the students who are waiting for this information. Second, so ਜਿਹੜੇ ਵੀ students online ਪੜ੍ਹ ਰਹੇ ਨੇ they will be given preference for visa stamping also and ਜੇ ਉਹਨਾਂ ਦਾ ਇੰਸਟੀਚਿਊਟ COVID readiness plan 'ਚ ਹੈਗਾ ਸੋ ਉਹਨਾਂ ਨੂੰ second stage approval ਦੀ ਜਾਂ second stage processing 'ਚ ਪ੍ਰੈਫਰੈਂਸ ਦਿੱਤੀ ਜਾਏਗੀ। ਸੋ ਸਟੂਡੈਂਟ ਜੇ ਤੁਸੀਂ ਆਨਲਾਈਨ ਪੜ੍ਹ ਰਹੇ ਹੋ ਐਂਡ ਤੁਹਾਡਾ ਕਾਲਜ DLI ਅਪਰੂਵ ਲਿਸਟ 'ਚ ਹੈਗਾ ਤਾਂ ਤੁਹਾਨੂੰ ਪਾਸਪੋਰਟ ਸਟੈਂਪਿੰਗ ਪਾਸਪੋਰਟ ਸਬਮਿਸ਼ਨ 'ਚ ਪ੍ਰੈਫਰੈਂਸ ਦਿੱਤੀ ਜਾਏਗੀ। ਐਂਡ ਫਿਰ ਉਸ ਤੋਂ ਬਾਅਦ ਚੌਥਾ ਪੁਆਇੰਟ ਸੈਕੰਡ ਸਟੇਜ ਪ੍ਰੋਸੈਸਿੰਗ ਬਾਰ-ਬਾਰ ਆਪਾਂ ਡਿਸਕਸ ਕਰਦੇ ਹਾਂ ਇਟ ਓਨਲੀ ਡਿਪੈਂਡਸ ਔਨ ਐਡਮਿਸਿਬਿਲਿਟੀ। ਸੋ ਇਹਦੇ ਤੇ ਕਲੈਰਿਟੀ ਕਰ ਲੈਂਦੇ ਹਾਂ। ਕੁਐਸਚਨ ਪੁੱਛਿਆ ਸੀ ਅਸੀਂ ਕਿ ਜੇ ਸਟੂਡੈਂਟ ਪਹਿਲਾਂ 2 ਵਾਰੀ ਰਿਫਿਊਜ਼ ਹੋਏ ਔਰ ਉਹਨੂੰ ਤੀਜੀ ਵਾਰੀ AIP ਮਿਲਿਆ ਹੋਏ ਸੋ ਇਜ਼ ਦੇयर ਐਨੀ ਚਾਂਸ ਹੀ ਕੈਨ ਗੈਟ ਰਿਫਿਊਜ਼ਲ? ਸੋ ਇਹਦੇ ਤੇ ਮੇਰੀ ਇਹੀ ਆਨਸਰ ਮਿਲਿਆ ਸਾਨੂੰ ਕਿ ਜੇ ਪਹਿਲੀ 2 ਵਾਰੀ ਐਡਮਿਸਿਬਿਲਿਟੀ ਦੇ ਕਲੌਜ਼ ਕਰਕੇ ਨਹੀਂ ਰਿਫਿਊਜ਼ ਹੋਇਆ ਦੈਨ ਦੇयर ਇਜ਼ ਨੋ ਚਾਂਸ ਆਫ ਰਿਫਿਊਜ਼ਲ। ਜੇ ਐਡਮਿਸਿਬਿਲਿਟੀ ਦੇ ਕਰਕੇ ਰਿਫਿਊਜ਼ ਹੋਇਆ ਸੀ then there will be any chance। एडमिसिबिलिटी ਤੁਹਾਨੂੰ ਪਤਾ ਹੀ ਹੈ ਜੇ ਤੁਹਾਡੇ ਤੇ ਕੋਈ ਕ੍ਰਿਮੀਨਲ ਅਫੈਂਸ ਹੈ, ਜੇ ਕੋਈ ਤੁਸੀਂ ਫੇਕ ਡਾਕੂਮੈਂਟ ਯੂਜ਼ ਕੀਤਾ ਹੈ ਜਾਂ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟ ਹੋਏ ਹੋ that is in admissibility। ਸੋ ਸਟੂਡੈਂਟਸ ਜੇ ਤੁਹਾਨੂੰ ਰਿਫਿਊਜ਼ਲ ਤੋਂ ਬਾਅਦ AIP ਮਿਲਿਆ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਇਨਐਡਮਿਸਿਬਿਲਿਟੀ ਦੇ ਚਾਰजेस 'ਚ ਨਹੀਂ ਆਉਂਦੇ ਹੋ। ਸੋ ਤੁਹਾਨੂੰ ਰਿਫਿਊਜ਼ਲ ਤੋਂ ਬਾਅਦ AIP ਮਿਲਿਆ that means that is close to a visa। ਦੈਨ ਜਨਵਰੀ ਇਨਟੇਕ ਦੇ AIPs ਨਹੀਂ ਇਸ਼ੂ ਕੀਤੇ ਗਏ। ਜਿਹੜੇ ਸਟੂਡੈਂਟਸ ਨੂੰ ਜਨਵਰੀ ਇਨਟੇਕ ਦੇ AIPs ਮਿਲੇ ਹੈ ਉਹ ਤਾਂ ਮਿਲੇ ਕਿਉਂਕਿ ਉਹਨਾਂ ਨੇ 15 ਸਤੰਬਰ ਤੋਂ ਪਹਿਲਾਂ ਆਪਣੀਆਂ ਫਾਈਲਾਂ ਲੌਂਚ ਕੀਤੀਆਂ ਸੀ ਤਾਂ ਕਰਕੇ ਉਹਨਾਂ ਨੂੰ ਜਨਵਰੀ ਇਨਟੇਕ ਦੇ AIPs ਮਿਲ ਗਏ। ਜਿੰਨੇ ਵੀ ਸਟੂਡੈਂਟਸ 15 ਸਤੰਬਰ ਤੋਂ ਪਹਿਲਾਂ ਫਾਈਲਾਂ ਲੌਂਚ ਕੀਤੀਆਂ ਸੀ ਦੇ ਮਾਈਟ ਹੈਵ ਬੀਨ ਕੰਸੀਡਰਡ ਫॉर ਸਤੰਬਰ ਇਨਟੇਕ that is why they received AIPs। ਸੋ ਵੈਰੀ ਇੰਪੋਰਟੈਂਟ ਪੁਆਇੰਟ ਕਿਉਂਕਿ ਕੁਝ ਸਟੂਡੈਂਟਸ ਨੂੰ ਜਨਵਰੀ ਇਨਟੇਕ ਦੇ AIPs ਮਿਲ ਗਏ ਸੋ ਦੈਟ ਦੇ ਗॉट देयर AIPs ਬਿਕੋਜ਼ ਜਾਂ ਤਾਂ ਉਹਨਾਂ ਨੇ ਪਹਿਲਾਂ ਸਤੰਬਰ ਇਨਟੇਕ ਲਈ ਅਪਲਾਈ ਕੀਤਾ ਹੋਣਾ ਔਰ ਫਿਰ ਉਹਨਾਂ ਨੇ ਜਨਵਰੀ ਇਨਟੇਕ ਦੀ LOA ਅਪਲੋਡ ਕੀਤੀ ਹੋਣੀ ਹੈ। ਦੈਟ ਕੈਨ ਬੀ ਵਨ ਰੀਜ਼ਨ।
ਔਰ ਜੇ ਤੁਸੀਂ ਜਨਵਰੀ ਇਨਟੇਕ ਲਈ ਅਪਲਾਈ ਕੀਤਾ ਸੀ ਤਾਂ ਤੁਸੀਂ ਆਪਣੀ 15 ਸਤੰਬਰ ਤੋਂ ਪਹਿਲਾਂ ਫਾਈਲ ਲੌਂਚ ਕੀਤੀ ਸੀ ਤਾਂ ਤੁਹਾਨੂੰ ਜਨਵਰੀ ਇਨਟੇਕ ਦੇ AIPs ਮਿਲ ਗਏ. So that is a confusion over it. That is why you got January intake AIP, because January intake ch 2-stage visa process is not implemented. So ਜੇ ਤੁਹਾਡੀ ਫਾਈਲ 15 ਸਤੰਬਰ ਤੋਂ ਪਹਿਲਾਂ ਲੌਂਚ ਹੋਈ ਸੀ 6th point and ਤੁਸੀਂ AIP ਲਈ ਹਲੇ ਵੇਟ ਕਰ ਰਹੇ ਹੋ, ਸੋ ਮੈਸੀ ਕਹਿ ਰਹੀ ਹੈ because of the limited staff they are working slowly, so you will get your result very soon. So don't worry, you will get your AIP if you have submitted your file before 15th September. So that is the answer for pending files. There are many files pending in the High Commission which were submitted before 15th September. Last point, 7th point. So second stage ਦੀ ਜਿਹੜੀ processing ਹੈਗੀ ਹੈ, second stage ਦੀ processing ਹੈਗੀ ਹੈ, preference will be given to those colleges ਦੇ students ਨੂੰ ਜਿਨ੍ਹਾਂ ਦੇ colleges COVID readiness plan ਦੀ list 'ਚ ਆਏ ਹੈਗੇ ਹੈ. So second stage ਦੀ ਜਿਹੜੀ admissibility charges ਦੀ processing ਹੈਗੀ ਹੈ, that preference will be given to ਜਿਹੜੇ ਕੋਵਿਡ ਰੈਡੀਨੈਸ ਪਲਾਨ 'ਚ ਜਿਹੜੇ ਲਿਸਟ 'ਚ ਆਏ ਹੈ ਕਾਲਜਿਸ, ਉਹਨਾਂ ਕਾਲਜਿਸ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ. ਸੋ ਸਟੂਡੈਂਟਸ, ਅੱਜ ਦੇ ਵੈਬੀਨਾਰ 'ਚ ਇਹ ਸਾਰੀਆਂ ਗੱਲਾਂ ਡਿਸਕਸ ਹੋਈਆਂ ਸਟੂਡੈਂਟਸ ਦੇ ਭਵਿੱਖ ਵਾਸਤੇ ਐਂਡ ਸਟੂਡੈਂਟਸ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਦੇ ਫਿਊਚਰ ਵਾਸਤੇ. And I feel Canada, it seems that Canada is very positive, very serious about international students, and they are giving us updates every 10 days. And COVID readiness list was issued yesterday, and you can check that list going to Canada ਦੀ ਸਾਈਟ ਤੇ ਜਾ ਕੇ, ਇਮੀਗ੍ਰੇਸ਼ਨ ਦੀ ਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਕਾਲਜ ਉਸ ਲਿਸਟ 'ਚ ਹੈਗਾ ਕਿ ਨਹੀਂ ਹੈਗਾ. And also if you want any more updates, if you have any confusion, you can get in touch with us at info@landmarkimmigration.com, or you can call us at 90413-90412. if you want to meet me, ਤੁਸੀਂ ਮੇਰੇ ਨਾਲ ਮਿਲਣਾ ਚਾਹੁੰਦੇ ਹੋ, ਰਿਫਿਊਜ਼ਲ ਹੈ ਜਾਂ ਫਰੈਸ਼ ਕੇਸ ਹੈ ਜਾਂ ਕੋਈ ਡਾਊਟ ਹੈ ਮਨ 'ਚ, ਤੁਸੀਂ ਕਲੈਰਿਟੀ ਕਰਨਾ ਚਾਹੁੰਦੇ ਹੋ, ਤਾਂ we will definitely clear all your doubts. That is why we are here for. From past 13 years we have given our services to students in a professional way, and students across India come to us for the processing. So thank you so much for viewing us and taking our advice. We are really grateful, and kindly subscribe to our channel Landmark Immigration and share as much as you can. Thank you.